चेतना चैनल देख रहे सारे दर्शकों का स्वागत है। मैं हाँ प्रदीप राजा। 26 जनवरी ਨੂੰ ਲੈ ਕੇ जो किसान परेड होनी सी ते उस परेड ਦੇ ਵਿੱਚ ਇਹ ਜਿਹੜਾ ਲਾਲ ਕਿਲੇ ਤੇ किसानां ने झंडा लहराया उस ਨੂੰ ਲੈ ਕੇ ਵੱਖ-ਵੱਖ ਵਿਚਾਰ ਆ ਰਹੇ ਆ ਤੇ ਮੇਰੇ ਨਾਲ ਨੇ ਪੱਤਰਕਾਰ ਸਰਬਜੀਤ ਗਿੱਲ। ਇਹਨਾਂ ਤੋਂ ਪੁੱਛਾਂਗੇ ਜਿਹੜਾ ਉਸ ਦਿਨ 26 जनवरी ਨੂੰ ਜੋ ਵੀ ਇਨਸੀਡੈਂਟ ਹੋਇਆ ਆ। ਹਾਂਜੀ ਸਰ, ਤੇ ਚੇਤਨਾ ਚੈਨਲ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਗਿੱਲ ਸਾਹਿਬ, ਜਿਹੜਾ ਇਹ ਉਦਣ ਜਿਹੜਾ ਕਿਸਾਨ ਪਰੇਡ ਹੋਈ ਆ ਤੇ ਉੱਥੇ ਦੀਪ ਸਿੱਧੂ ਵੱਲੋਂ ਲੋਕਾਂ ਨੂੰ ਲਿਜਾ ਕੇ ਕਿਸਾਨਾਂ ਨੂੰ ਉੱਥੇ ਝੰਡਾ ਲਹਿਰਾਇਆ ਗਿਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਕਿਸਾਨਾਂ ਦਾ ਕੋਈ ਸੱਦਾ ਨਹੀਂ ਸੀ ਇੱਦਾਂ ਦੇ ਕੋਈ ਕਿਸੇ ਵੀ ਪ੍ਰੋਗਰਾਮ ਦਾ। 25 ਤਰੀਕ ਦੀ ਰਾਤ ਨੂੰ ਇਹ ਦੀਪ ਸਿੱਧੂ ਤੇ ਹੋਰ ਜਿਹੜੇ ਉਹਨਾਂ ਦੇ ਸਲਾਹੂ ਹੋਣਗੇ ਉਹ ਸਟੇਜ ਦੇ ਉੱਤੇ ਆ ਕੇ ਕਬਜ਼ਾ ਕਰਦੇ ਆ। ਕਬਜ਼ਾ ਉਸ ਵੇਲੇ ਕਰਦੇ ਆ ਜਦੋਂ ਕਿਸਾਨਾਂ ਨੇ ਆਪਣੀ ਸਟੇਜ ਨੂੰ ਸਮਾਪਤ ਕਰਤਾ ਸੀਗਾ। ਰਹਿਰਾ ਸਾਹਿਬ ਦੀ ਅਰਦਾਸ ਤੋਂ ਬਾਅਦ ਉਹ ਤੋਂ ਬਾਅਦ ਸਟੇਜ ਜਿਹੜੀ ਆ ਹਰ ਰੋਜ਼ ਜਿਹੜੀ ਆ ਸਮਾਪਤ ਕਰ ਦਿੱਤੀ ਜਾਂਦੀ ਆ। ਉਹ ਤੋਂ ਬਾਅਦ ਇਹ ਕੁਝ ਲੋਕ ਆਉਂਦੇ ਆ ਜਿਹੜੇ ਹੜਦੰਗ ਮਚਾਉਂਦੇ ਆ, ਉੱਥੇ ਸਟੇਜ ਤੇ ਆ ਕੇ ਕਬਜ਼ਾ ਕਰਦੇ ਆ ਤੇ ਉਹ ਆਪਣਾ ਏਜੰਡਾ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਵੀ ਅਸੀਂ ਇਸ ਏਜੰਡੇ ਦੇ ਮਤਲਬ ਹਾਮੀ ਹੈਗੇ ਆ। ਉਹ ਆਪਣੇ ਏਜੰਡੇ ਨੂੰ ਲੈ ਕੇ ਉਹ ਉੱਥੇ ਮਤਲਬ ਗਏ ਆ ਤੇ ਕਿਸਾਨਾਂ ਦਾ ਬਿਲਕੁਲ ਕੋਈ ਸੱਦਾ ਨਹੀਂ ਸੀ। ਕਿਸਾਨ ਜਥੇਬੰਦੀ ਦਾ ਕਿਸੇ ਦਾ ਕੋਈ ਸੱਦਾ ਨਹੀਂ ਸੀ। ਉੱਥੇ 26 ਤਰੀਕ ਨੂੰ ਜਿਹੜਾ ਝੰਡਾ ਚਲਾਉਣ ਦਾ ਜਾਂ ਜੋ ਵੀ ਉਹਨਾਂ ਨੇ ਕੋਈ ਕਾਰਵਾਈ ਜਿਸ ਢੰਗ ਦੀ ਵੀ ਕੀਤੀ ਆ ਉਹ ਉਹਨਾਂ ਦਾ ਏਜੰਡਾ ਸੀ। ਕਿਸਾਨ ਅੰਦੋਲਨ ਦਾ ਉਹਦਾ ਕੋਈ ਵੀ ਸੰਬੰਧ ਨਹੀਂ ਆ। ਜਿਸ ਤਰ੍ਹਾਂ ਪਹਿਲਾਂ ਤੋਂ ਕਈ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਅਸੀਂ ਲਾਲ ਕਿਲੇ ਜਾਣਾ, ਰਿੰਗ ਰੋਡ ਤੇ ਜਾਣਾ, ਦਿੱਲੀ ਦੀਆਂ ਸੜਕਾਂ ਤੇ ਜਾਣਾ, ਉੱਥੇ ਟਰੈਕਟਰ ਪਰੇਡ ਕਰਨੀ ਆ ਤੇ ਜਿਹੜੀ ਪੁਲਿਸ ਨਾਲ ਮੀਟਿੰਗ ਲਗਾਤਾਰ ਚੱਲ ਰਹੀ ਇਸ ਸੰਬੰਧ ਵਿੱਚ ਜਿਹੜੀ 24 ਘੰਟੇ ਪਹਿਲਾਂ ਪੁਲਿਸ ਨਾਲ ਜਿਹੜੀ ਕਿਸਾਨ ਮੋਰਚੇ ਦੀ ਇਹ ਫਾਈਨਲ ਹੋਈ ਆ ਵੀ ਅਸੀਂ ਤੁਹਾਨੂੰ ਆਹ ਰੋਡ ਦਿੱਤਾ ਜਾਂਦਾ, ਤੁਸੀਂ ਇੱਥੇ ਖਾਣਾ, ਉੱਤੇ ਕਿਸਾਨ ਮੋਰਚੇ ਨੇ ਸਹਿਮਤੀ ਜਤਾਈ ਆ। ਪਰ ਕਿਤੇ ਨਾ ਕਿਤੇ ਇਹ ਲੱਗਦਾ ਵੀ ਅਸੀਂ ਜਿਹੜੇ ਕਿਸਾਨ ਸੰਗਠਨ ਆ ਜਾਂ ਕਿਸਾਨ ਲੀਡਰ ਆ ਉਹ ਲੋਕਾਂ ਦੇ ਵਿੱਚ ਇਹ ਮੈਸੇਜ ਕਨਵੇ ਕਰਨ ਵਿੱਚ ਫੇਲ ਹੋਏ ਆ। ਨਹੀਂ ਇੱਦਾਂ ਨਹੀਂ ਹੈ। ਫੇਲ ਨਹੀਂ ਕੋਈ ਵੀ ਹੋਇਆ, ਉਹਨਾਂ ਦਾ ਕੋਈ ਮੈਸੇਜ ਫੇਲ ਨਹੀਂ ਹੋਇਆ। ਪਰ ਦੂਜੇ ਜਿਹੜੇ ਆ ਗੁਪਤ ਏਜੰਡੇ ਵਾਲੇ ਉਹਨਾਂ ਨੇ ਆਪਣਾ ਏਜੰਡਾ ਜਿਹੜਾ ਲਾਗੂ ਕਰ ਦਿੱਤਾ। ਹੁਣ ਗੁਪਤ ਏਜੰਡਾ ਕੀ ਆ? ਗੁਪਤ ਏਜੰਡਾ ਤੁਸੀਂ 200 ਬੰਦੇ ਨਾਲ ਵੀ ਲਾਗੂ ਕਰ ਸਕਦੇ ਆ, ਤੁਸੀਂ 400 ਬੰਦੇ ਨਾਲ ਵੀ ਲਾਗੂ ਕਰ ਸਕਦੇ ਆ, ਹੈ ਨਾ। ਜਿਹੜੇ ਲੱਖ ਟਰੈਕਟਰ ਆ ਗਿਆ, ਲੱਖ ਟਰੈਕਟਰ ਤੇ ਟਰੈਕਟਰ ਮਗਰ ਟਰੈਕਟਰ ਜਾਣਾ। ਅੱਛਾ, ਉਹ ਟਰੈਕਟਰ ਜਿਹੜੇ ਸਵੇਰ ਨੂੰ 10 ਵਜੇ 11 ਵਜੇ ਜਿਹੜੇ ਨਿਕਲਣੇ ਸ਼ੁਰੂ ਹੋ ਗਿਆ ਦਿੱਲੀ ਵੱਲ ਨੂੰ। ਪਿੱਛੇ ਜਿਹੜੇ ਲੋਕ ਜਿਹੜੇ ਆ ਇੰਤਜ਼ਾਰ ਦੇ ਵਿੱਚ ਵੀ ਸਾਡੀ ਵਾਰੀ ਕਦੋਂ ਆਊਗੀ, ਵਾਰ-ਵਾਰ ਲੀਡਰਾਂ ਨੂੰ ਫੋਨ ਕਰਕੇ ਪੁੱਛਦੇ ਆ। ਉਹ ਦੱਸਦੇ ਆ ਵੀ ਹਾਲੇ ਵਾਰੀ ਨਹੀਂ ਆਉਣੀ, ਤੁਹਾਡੀ ਵਾਰੀ ਤਾਂ ਜਾ ਕੇ ਕਿਤੇ ਸ਼ਾਮ ਵੇਲੇ ਆਊਗੀ। ਮਤਲਬ ਲਾਈਨ ਐਡੀ ਵੱਡੀ ਆ, ਉਹ ਆਪਣੇ ਲਾਈਨ ਦੇ ਵਿੱਚ ਤੋੜ ਰਹੇ ਆ। ਪਰ 200 ਬੰਦਾ ਵੀ ਜੇ ਜਾ ਕੇ ਆਪਣਾ ਇੱਕ ਗੁਪਤ ਏਜੰਡੇ ਤਹਿਤ ਜਾ ਕੇ ਕਿਸਾਨਾਂ ਦੇ ਨਾਂ ਦੇ ਉੱਤੇ ਜਾ ਕੇ ਉਹ ਆਪਣਾ ਕੋਈ ਐਕਸ਼ਨ ਵਿੱਚੋਂ ਕੋਈ ਪਲਾਨ ਕਰ ਦੇਵੇ। ਸਪੋਜ਼ ਕਰੋ ਵੀ ਕਿਸਾਨਾਂ ਨੇ ਆਪਣਾ ਐਕਸ਼ਨ ਕੀਤਾ ਆ, ਕੋਈ ਵਿੱਚ ਆ ਕੇ ਕੋਈ ਸ਼ਰਾਰਤੀ ਅਨਸਰ ਕੋਈ ਬੰਬ ਧਮਾਕਾ ਕਰ ਦੇਵੇ, ਕੋਈ ਸ਼ਰਾਰਤੀ ਅਨਸਰ ਜਿਹੜਾ ਆ ਉਹ ਕੋਈ ਇੱਦਾਂ ਦਾ ਕੋਈ ਐਕਸ਼ਨ ਕਰਕੇ ਚੱਲ ਜਾਵੇ ਜਿਹੜਾ ਆਪਣੇ ਆਪ ਨੂੰ ਮਤਲਬ ਮਾਰਕੇਬਾਜ਼ੀ ਵਾਲਾ ਜਿਹੜਾ ਆ, ਤੇ ਉਹਦੇ ਵਿੱਚ ਕੀ ਕਿਸਾਨ ਜਥੇਬੰਦੀਆਂ ਦਾ ਕੋਈ ਕਸੂਰ ਹੋ ਗਿਆ? ਕਿੱਦਾਂ ਰੋਕਿਆ ਜਾ ਸਕਦਾ? ਇੱਕ ਪਬਲਿਕ ਪਲੇਸ ਤੇ ਬੈਠੇ ਆ, ਤੁਸੀਂ ਕਿਸੇ ਘਰ ਦੇ ਚਾਰ ਦੀਵਾਰੀ ਦੇ ਅੰਦਰ। ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਜਿਹੜੀ ਆ, ਪੁੰਨੂ ਸਾਹਿਬ ਆ, ਪੰਦੇਰ ਸਾਹਿਬ ਆ, ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸਟੇਜ ਤੇ ਵੀ ਅਸੀਂ ਜਿਹੜਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੈਅ ਕੀਤਾ ਗਿਆ ਪੁਲਿਸ ਨਾਲ ਉਸ ਰੂਟ ਤੇ ਨਹੀਂ ਜਾਣਾ, ਅਸੀਂ ਲਾਲ ਕਿਲੇ ਵੱਲ ਜਾਣਾ, ਪਰ ਉਹ ਆਪ ਗਏ ਨਹੀਂ। ਦੇਖੋ, ਉਹ ਲਾਲ ਕਿਲੇ ਵੱਲ ਜਾਣ ਦਾ ਉਹਨਾਂ ਦਾ ਵੀ ਕੋਈ ਮਤਲਬ ਨਹੀਂ ਸੀ। ਪਰ ਜਿਹੜੀ ਪਹਿਲਾਂ ਰਿਪੋਰਟ ਜਿਹੜੀ ਉਹ ਆਈ ਆ ਵੀ ਉਹ ਜਿਹੜੀ ਜਥੇਬੰਦੀ ਆ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕਰਦੇ ਆ, ਉਹਨਾਂ ਨੇ ਰਿੰਗ ਰੋਡ ਦੀ ਮੰਗ ਕੀਤੀ ਸੀ ਵੀ ਰਿੰਗ ਰੋਡ ਤੇ ਅਸੀਂ ਜਾਣਾ। ਰਿੰਗ ਰੋਡ ਬਾਰੇ ਕਿਸੇ ਆਮ ਜਨ ਸਧਾਰਨ ਨੂੰ ਭੁਲੇਖਾ ਹੋ ਸਕਦਾ ਵੀ ਰਿੰਗ ਰੋਡ ਕਹਿੰਦੇ ਕਿਹਨੂੰ ਆ, ਹੈ ਨਾ। ਜਿਹੜੇ ਬੰਦੇ ਆਮ ਦਿੱਲੀ ਆਉਂਦੇ ਜਾਂਦੇ ਉਹਨਾਂ ਨੂੰ ਰਿੰਗ ਰੋਡ ਬਾਰੇ ਪਤਾ ਆ। ਕੁਛ ਇਹ ਵੀ ਪਤਾ ਲੱਗਾ ਆ ਵੀ ਕੁਛ ਜਿਹੜੇ ਆਮ ਸਧਾਰਨ ਜਿਹੜੇ ਨੌਜਵਾਨ ਆ ਉਹ ਰਿੰਗ ਰੋਡ ਨੂੰ ਉਹੀ ਸਮਝ ਜਾਂਦੇ ਜਿੱਥੇ ਮਤਲਬ ਪਰੇਡ ਹੁੰਦੀ ਆ, 26 ਜਨਵਰੀ ਵਾਲੀ ਪਰੇਡ ਹੁੰਦੀ ਆ। ਉਹ ਫੀਲਿੰਗ ਲੈਣ ਨੂੰ ਮਤਲਬ ਕਈ ਬੰਦੇ ਜਿਹੜੇ ਹੁਸ਼ਿਆਰੀ ਦੇ ਵਿੱਚ ਜਿਹੜੇ ਆਏ ਹੋ ਸੀਗੇ। ਪਰ ਰਿੰਗ ਰੋਡ ਦੇ ਉੱਤੇ ਮਤਲਬ ਸਾਰਿਆਂ ਨੂੰ ਪਤਾ ਸੀਗਾ ਇਹ ਜਥੇਬੰਦੀ ਵਾਲੇ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਆ, ਇਹ ਜਥੇਬੰਦੀਆਂ ਨੇ ਰਿੰਗ ਰੋਡ ਦੀ ਜੈਦ ਭਗਾ ਕੇ ਜਾਣਬੁੱਝ ਕੇ ਸਾਜ਼ਿਸ਼ ਤਹਿਤ ਤੇ ਆਪ ਵੀ ਉਹਨਾਂ ਦਾ ਜਿਹੜਾ ਇੱਕ ਵੱਡਾ ਆਗੂ ਆ ਉੱਥੇ ਲਾਲ ਕਿਲੇ ਦੇ ਸਾਹਮਣੇ ਹਾਜ਼ਰ ਸੀ ਉਸ ਦਿਨ ਦੇ ਵਿੱਚ। ਤੇ ਇਸ ਢੰਗ ਦੇ ਨਾਲ ਇਹਨਾਂ ਨੇ ਇਸ ਜਥੇਬੰਦੀ ਵਾਲਿਆਂ ਨੇ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਆ। ਉਸ ਐਕਸ਼ਨ ਨੂੰ ਪਹਿਲਾਂ ਹੀ 2 ਦਿਨ ਬਿਆਨ ਜਿਹੜੇ ਜਾਰੀ ਕਰਕੇ ਵੀ ਅਸੀਂ ਸਹਿਮਤ ਨਹੀਂ। ਜਦੋਂ ਤਾਂ ਉਹਨਾਂ ਨੂੰ ਚੰਗੀ ਗੱਲ ਲੱਗੇ ਫਿਰ ਉਹ ਕਹਿੰਦੇ ਤਾਲਮੇਲਵਾਂ ਐਕਸ਼ਨ ਕਰ ਰਹੇ ਹਾਂ ਅਸੀਂ ਦੂਜੇ ਸੰਯੁਕਤ ਕਿਸਾਨ ਮੋਰਚੇ ਨਾਲ। ਜਦੋਂ ਪੰਗੇ ਲੈਂਦੇ ਆ ਤੇ ਤਾਂ ਫਿਰ ਝੱਲ ਨਹੀਂ ਹੁੰਦੇ। ਫਿਰ 3:30 ਵਜੇ ਫਿਰ ਸਾਰਿਆਂ ਨੂੰ ਕਹਿਤਾ ਵੀ ਵਾਪਸ ਮੁੜ ਜਾਓ, ਇੱਥੇ ਲਾਲ ਕਿਲੇ ਵੱਲ ਆਉਣ ਦੀ ਲੋੜ ਨਹੀਂ। ਪਹਿਲਾਂ ਉਹ ਇੱਕ ਮੀਡੀਆ ਚੈਨਲ ਨੂੰ ਕਹਿ ਰਿਹਾ ਬੰਦਾ, ਉਹਨਾਂ ਦਾ ਜਿਹੜਾ ਆਗੂ ਆ, ਉਹ ਕਹਿ ਰਿਹਾ ਆ ਵੀ ਕੋਈ ਗੱਲ ਨਹੀਂ, ਸਾਰੇ ਦੇ ਸਾਰੇ ਲੋਕ ਜਿਹੜੇ ਆ ਲਾਲ ਕਿਲੇ ਵੱਲ ਨੂੰ ਆ ਜਾਓ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਆ। ਮਤਲਬ ਲੱਗਦਾ ਇੱਦਾਂ ਆ ਵੀ ਉਹ ਇੱਕ ਮੀਡੀਆ ਚੈਨਲ ਵੀ
ਉਸ ਸਾਜ਼ਿਸ਼ ਦਾ ਹਿੱਸੇਦਾਰ ਆ ਜਾਂ ਉਹਨੂੰ ਪਤਾ ਹੋਊਗਾ ਸਾਰੀਆਂ ਗੱਲਾਂ ਦੇ ਵੀ ਅੱਜ ਜੋ ਕੁਝ ਵਾਪਰਨਾ। ਨਹੀਂ ਕਿਸੇ ਨੂੰ ਕੀ ਪਤਾ ਆ ਵੀ ਲਾਲ ਕਿਲ੍ਹੇ ਵੱਲ ਜਾਣਾ ਆ, ਜਿਹੜਾ ਸਾਰੇ ਦਾ ਸਾਰਾ ਮੀਡੀਆ ਦਾ ਜਮਾਵੜਾ ਜਿਹੜਾ ਇੱਕਦਮ ਉੱਥੇ ਸਾਰਾ ਇਕੱਠਾ ਹੋ ਜਾਂਦਾ ਆ ਜਦੋਂ। ਨਹੀਂ ਤਾਂ ਸ਼ਾਟ ਜਿਹੜੇ ਇਸ ਕਿਸਮ ਦੇ ਸ਼ਾਟ ਹੁੰਦੇ ਆ, ਜਿਹੜੇ ਸੀਕ੍ਰੇਟ ਕਿਸਮ ਦੇ ਕੋਈ ਐਕਸ਼ਨ ਪਲਾਨ ਹੁੰਦੇ ਆ, ਉਹ ਤਾਂ ਕਿਸੇ ਨਾ ਕਿਸੇ ਦੇ ਮੋਬਾਈਲ ਦੇ ਵਿੱਚ ਹੱਥ ਲੱਗਣਗੇ, ਮੀਡੀਆ ਦੇ ਹੱਥ ਨਹੀਂ ਲੱਗਣਗੇ। ਜਿੱਦਾਂ ਲਾਲ ਕਿਲ੍ਹੇ ਦੇ ਸੰਬੰਧ ਵਿੱਚ ਜਿਹੜਾ ਝੰਡਾ ਲਹਿਰਾਇਆ ਗਿਆ, ਦੀਪ ਸਿੱਧੂ ਇਸ ਗੱਲ ਦਾ ਕ੍ਰੈਡਿਟ ਲੈ ਰਿਹਾ, ਮੈਂ ਬਹੁਤ ਵੱਡਾ ਕੰਮ ਕੀਤਾ ਆ। ਇਸ ਦੇ ਨਾਲ ਹੀ ਵੱਖ-ਵੱਖ ਵਿਚਾਰ ਵੀ ਇਸ ਮੁੱਦੇ ਤੇ ਆ ਰਹੇ ਆ, ਵੱਖ-ਵੱਖ ਪਾਰਟੀਆਂ ਦੇ ਵਿਚਾਰ ਵੀ ਆਏ ਆ। ਇਹ ਇੱਕ ਪਾਸੇ, ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਆ ਉਹਦੇ ਵਿੱਚ ਸਨੀ ਦਿਓਲ ਦੇ ਨਾਲ, ਨਰਿੰਦਰ ਮੋਦੀ ਦੇ ਨਾਲ, ਹੋਰ ਕਈਆਂ ਦੇ ਨਾਲ ਆ, ਵੀ ਬੀਜੇਪੀ ਵੱਲੋਂ ਪਲਾਨ ਸੀਗਾ ਜਾਂ ਆਰਐਸਐਸ ਵੱਲੋਂ ਪਲਾਨ ਸੀਗਾ। ਕੀ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਦੀਪ ਸਿੱਧੂ ਜਿਹੜਾ ਜੇ ਝੰਡਾ ਲਹਿਰਾਇਆ ਉਹਦਾ ਕੀ ਮੋਟਿਵ ਹੋ ਸਕਦਾ ਤੇ ਉਹਦਾ ਸਰਕਾਰ ਨੂੰ ਕੀ ਫਾਇਦਾ ਹੋ ਸਕਦਾ? ਦੇਖੋ ਬੜਾ ਸਪਸ਼ਟ ਆ ਵੀ ਦੀਪ ਸਿੱਧੂ ਜਿਹੜਾ ਆ ਕਿਸਾਨ ਅੰਦੋਲਨ ਦੇ ਨਾਲ ਪਰਛਾਵੇਂ ਦੇ ਨਾਲ ਨਾਲ ਮਤਲਬ ਪਰਛਾਵਾਂ ਬਣ ਕੇ ਤੁਰਿਆ ਰਿਹਾ। ਜਦੋਂ ਵੀ ਉਹ ਕਿਤੇ ਮਤਲਬ ਇੱਧਰੋਂ ਐਕਸ਼ਨ ਹੁੰਦਾ ਰਿਹਾ ਆ ਤੇ ਉਹ ਭਾਵੇਂ ਇੱਥੇ ਸ਼ੰਭੂ ਬੈਰੀਅਰ ਦੇ ਉੱਤੇ ਬੈਠਾ ਆ, ਫਿਰ ਉਹ ਦਿੱਲੀ, ਦੇਖੋ ਦਿੱਲੀ ਲੋਕ ਗਏ ਆ ਇੱਥੋਂ ਤੋੜ ਕੇ, ਸ਼ੰਭੂ ਬੈਰੀਅਰ ਤੋੜ ਕੇ। ਉਹ ਤੋਂ ਬਾਅਦ ਜਦੋਂ ਉੱਥੇ ਜਾਂਦਾ, ਦੇਖੋ ਪਹਿਲਾਂ ਹੀ ਦਿੱਲੀ ਦੇ ਵਿੱਚ ਐਂਟਰੀ ਮਾਰ ਜਾਂਦਾ। ਕਦੇ ਉਹ ਗੁਰਦੁਆਰੇ ਵਿੱਚ ਜਾਂਦਾ, ਉਹ ਲਾਈਵ ਵੀਡੀਓ ਪਾ ਰਿਹਾ, ਉੱਥੇ ਇੱਕ ਬੀਬੀ ਉਹਨੂੰ ਮਤਲਬ ਝਿੜਕਦੀ ਆ ਵੀ ਗੁਰਦੁਆਰੇ ਦੇ ਅੰਦਰੋਂ ਤੂੰ ਲਾਈਵ ਕਿਵੇਂ ਹੋ ਰਿਹਾ, ਇੱਥੇ ਮੋਬਾਈਲ ਦੀ ਵਰਤੋਂ ਮਨ੍ਹਾ ਆ, ਪਰ ਫਿਰ ਵੀ ਉਹ ਮਤਲਬ ਕਰ ਰਿਹਾ ਆ। ਉਹ ਕਹਿ ਰਿਹਾ ਵੀ ਮੈਨੂੰ ਉਹ ਜੀ ਫਲਾਨਾ ਮੇਰਾ ਜਾਣੂ ਸੀਗਾ ਤੇ ਉਹ ਮੈਨੂੰ ਮਤਲਬ ਐਸਕੌਰਟ ਕਰਕੇ ਲੈ ਗਿਆ, ਹੈ ਨਾ। ਕੌਣ, ਕਿਹੜਾ ਬੰਦਾ ਜਿਹੜਾ ਐਸਕੌਰਟ ਕਰਕੇ ਕਿਸੇ ਨੂੰ ਲਿਜਾ ਸਕਦਾ ਦਿੱਲੀ ਦੇ ਵਿੱਚ, ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ? ਕਿਹੜਾ ਮਤਲਬ ਇੱਦਾਂ ਦਾ ਪੁਲਿਸ ਦਾ ਅਧਿਕਾਰੀ ਆ ਜਾਂ ਕਿਸੇ ਹੋਰ ਇੱਦਾਂ ਦੀ ਫੋਰਸ ਦਾ ਅਧਿਕਾਰੀ ਆ ਜਿਹੜਾ ਉਹਨੂੰ ਲੈ ਕੇ ਜਾਊਗਾ? ਇਹ ਤੋਂ ਲੱਗਦਾ ਇਹ ਆ ਵੀ ਉਹ ਸਾਰਾ ਦਾ ਸਾਰਾ ਪਲੈਨਡ ਉਹਦਾ ਐਕਸ਼ਨ ਸੀਗਾ। ਉਹ ਨਾਲ ਜਥੇਬੰਦੀਆਂ ਦੇ ਨਾਲ ਰਿਹਾ ਉੱਥੇ। ਹੁਣ ਤੁਸੀਂ, ਮੈਂ ਜਿੱਦਾਂ ਪਹਿਲਾਂ ਕਿਹਾ, ਪਬਲਿਕ ਪਲੇਸ ਤੇ ਬੈਠੇ ਆ, ਤੁਸੀਂ ਜੇ ਕਿਸੇ ਨੂੰ ਡੱਕਦੇ ਹੋ ਉੱਥੇ ਸਟੇਜ ਦੇ ਉੱਤੋਂ, ਉਹਨਾਂ ਨੇ ਪਰ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਵੀ ਤੈਨੂੰ ਚੜ੍ਹਨ ਨਹੀਂ ਦੇਣਾ, ਪਰ ਕੋਈ ਧੱਕੇ ਨਾਲ ਆ ਕੇ ਬਿਨਾਂ ਟਾਈਮ ਲਿਆ, ਬਿਨਾਂ ਸਮੇਂ ਤੋਂ ਉਹ ਚੜ੍ਹ ਗਿਆ, ਉੱਥੇ ਜ਼ਿਆਦਾ ਤੁਸੀਂ ਡਾਂਗੋ ਡਾਂਗੀ ਹੋਵੋਗੇ ਤਾਂ ਤੁਸੀਂ ਇੱਕ ਥਾਂ ਐਸੇ ਬੈਠੇ ਹੋ ਤੇ ਉੱਥੇ ਕੇਸ ਦਰਜ ਮੁਫਤ ਦੇ ਕਰਵਾ ਕੇ ਇੱਕ ਦੂਜੇ ਨਾਲ ਲੜਾਈ ਕਰਕੇ ਅੰਦੋਲਨ ਜਿਹੜਾ ਤਾਰਪੀਡੋ ਕਰਕੇ ਘਰ ਨੂੰ ਮੁੜਿਆਓਗੇ, ਉਹ ਕੋਈ ਸਿਆਣਪ ਨਹੀਂ ਹੈ। ਪਰ ਉਹਨੇ ਕਸਰ ਕੋਈ ਨਹੀਂ ਛੱਡੀ ਹੈਗੀ ਦੀਪ ਸਿੱਧੂ ਨੇ, ਜਿਹੜਾ ਉਹਨੇ ਐਕਸ਼ਨ ਆਪਣੀ ਮਰਜ਼ੀ ਨਾਲ ਕੀਤਾ। ਕੋਈ ਵੀ ਐਕਸ਼ਨ ਕਿਸਾਨਾਂ ਤੋਂ ਬਿਨਾਂ ਕੋਈ ਹੋਰ ਇਸ ਢੰਗ ਨਾਲ ਕੋਈ ਜਥੇਬੰਦੀ ਕਰੇ, ਉੱਥੇ ਝੰਡਾ ਚਲਾਵੇ, ਜੋ ਮਰਜ਼ੀ ਕਰੇ, ਪਰ ਕਿਸਾਨਾਂ ਦੇ ਨਾਂ ਦੇ ਉੱਤੇ ਕਰਨਾ ਇਹ ਬਿਲਕੁਲ ਗਲਤ ਹੋਇਆ ਕੰਮ। ਉਹ ਕੋਈ ਕਰਦਾ, ਕੋਈ ਜਥੇਬੰਦੀ ਕੋ ਸੱਦਾ ਦੇਈ ਚੱਲੇ ਵੀ ਕਰਨਾ ਕਰੇ, ਸਾਨੂੰ ਕੀ ਕਿਸੇ ਨੂੰ, ਹੈ ਨਾ। ਉਹ ਭੁਗਤੂਗਾ, ਸਿੱਟੇ ਭੁਗਤੂਗਾ ਜਿਹੜਾ ਕੋਈ ਗਲਤ ਕੰਮ ਕਰੂਗਾ, ਪਰ ਕਿਸਾਨਾਂ ਦੇ ਨਾਂ ਦੇ ਉੱਤੇ ਕਿਸਾਨ ਅੰਦੋਲਨ ਬਦਨਾਮ ਹੋਇਆ, ਸਿੱਟੇ ਤਾਂ ਉਹਨੂੰ ਭੁਗਤਣੇ ਹੁਣ ਵੀ ਪੈਣੇ ਆ। ਜਿੱਦਾਂ ਕਾਫੀ ਸੈਂਸਿਟਿਵ ਇਸ਼ੂ ਚੱਲਦਾ ਤੇ ਜਿਹੜਾ ਏਰੀਆ ਸੀਗਾ ਉਹ ਕਾਫੀ ਸਿਕਿਉਰਿਟੀ ਦੇ ਪੱਖੋਂ ਵੀ ਮਹੱਤਵਪੂਰਨ ਆ, ਪਰ ਜਿਹੜੀ ਪੁਲਿਸ ਆ ਉੱਥੇ, ਪੁਲਿਸ ਵੱਡੀ ਗਿਣਤੀ ਵਿੱਚ ਉੱਥੇ ਮੌਜੂਦ ਸੀ, ਪੁਲਿਸ ਵੀ ਉੱਥੇ ਰੋਕਣ ਵਿੱਚ ਫੇਲ ਹੋਈ ਆ ਕਿ ਬਹੁਤ ਵੱਡਾ ਇਹ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਸਰਕਾਰ ਦਾ ਫੇਲਰ ਮੰਨਦੇ ਤੁਸੀਂ ਇਸ ਗੱਲ ਨੂੰ? ਬਿਲਕੁਲ ਇਹ ਤੇ ਬੜੇ ਸਪਸ਼ਟ ਜੀ ਗੱਲ ਆ ਵੀ ਇੱਦਾਂ ਦੇ ਥਾਂ ਦੇ ਉੱਤੇ ਜਿੱਥੇ ਆਮ ਆਪਾਂ ਦੇਖਦੇ ਆ ਜਦੋਂ ਵੀ ਕਿਤੇ ਜਾਂਦੇ ਆ ਤਾਂ ਉੱਥੇ ਟਿਕਟ ਰਾਹੀਂ ਤੁਸੀਂ ਅੰਦਰ ਜਾ ਸਕਦੇ ਆ, ਅਜਾਇਬ ਘਰ ਦੇਖ ਸਕਦੇ ਆ ਤੁਸੀਂ। ਉੱਥੇ ਇੱਦਾਂ ਨਹੀਂ ਹੈ ਵੀ ਮਰਜ਼ੀ ਦੇ ਨਾਲ ਤੁਸੀਂ ਮਤਲਬ 200 ਬੰਦਾ ਉੱਪਰ ਚੜ੍ਹ ਜਾਂਦਾ, ਫਸੀਲ ਦੇ ਉੱਤੇ ਚੜ੍ਹ ਜਾਂਦਾ, ਉੱਥੇ ਜਾ ਕੇ ਉਹ ਮਤਲਬ ਨਾਅਰੇ ਲਾ ਰਿਹਾ ਆ, ਉੱਥੇ ਜਕਾਰੇ ਲਾ ਰਹੇ ਆ, ਉੱਥੇ ਕੁਛ ਵੀ, ਚਲੋ ਉਹਦਾ ਧਾਰਮਿਕ ਅਕੀਦੇ ਦੇ ਤੌਰ ਤੇ ਉਹ ਜੋ ਮਰਜ਼ੀ ਕੋਈ ਕਰ ਰਿਹਾ, ਪਰ ਜਿਹੜੀ ਸਾਡੀ ਰਾਸ਼ਟਰੀ ਧਰੋਹਰ ਆ, ਜਿਹੜੀ ਇੱਕ ਨਿਸ਼ਾਨੀ ਆ, ਜਿਹੜਾ ਵੀ ਰਾਜ ਭਾਗ ਇੱਥੇ ਰਿਹਾ ਆ, ਉਹਦਾ ਉਹ ਨਿਸ਼ਾਨ ਉੱਥੇ ਲੱਗਦਾ ਰਿਹਾ ਆ, ਹੈ ਨਾ, ਮਤਲਬ ਇਤਿਹਾਸ ਦੇ ਵਿੱਚ। ਤੇ ਉਹਨੂੰ ਤੁਸੀਂ ਮਤਲਬ ਭਾਵੇਂ ਉੱਪਰ ਜਿਹੜਾ ਨੈਸ਼ਨਲ ਫਲੈਗ ਆ ਉਹਨੂੰ ਕੁਛ ਨਹੀਂ ਕੀਤਾ, ਪਰ ਤੁਸੀਂ ਉਸ ਬਿਲਡਿੰਗ ਤੇ ਉਸ ਇਮਾਰਤ ਦੇ ਉੱਤੇ ਤੁਸੀਂ ਆਪਣਾ ਕੁਛ ਲਾ ਰਹੇ ਹੋ, ਨਾਲ ਕਿਸਾਨੀ ਦਾ ਨਾਲ ਲਾ ਰਹੇ ਹੋ, ਕਿਸਾਨ ਵੀ ਇਹ ਸ਼ੋਅ ਕਰਨ ਵਾਸਤੇ ਵੀ ਅਸੀਂ ਤਾਂ ਇੱਕ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ। ਪਰ ਅੰਦੋਲਨ ਦਾ ਕਿੱਡਾ ਨੁਕਸਾਨ ਇਸ ਗੱਲ ਨੇ ਕਰ ਦਿੱਤਾ, ਤੁਹਾਡੇ ਮੈਸੇਜ ਕਿਸਾਨਾਂ ਦੀ ਜਥੇਬੰਦੀਆਂ ਦਾ ਸੱਦਾ ਕੋਈ ਨਹੀਂ ਹੈ। ਵਿੱਚੋਂ ਕੋਈ ਇੱਕ ਬੰਦਾ ਜਿਹੜਾ ਆਪਣੀ ਇੱਕ ਪਾਰਟਵੀਂ ਲਾਈਨ ਲੈ ਕੇ ਤੁਰ ਪਿਆ ਤੇ ਉਹਨੇ ਆਫਟਰ ਆਲ ਆਪਣਾ ਏਜੰਡਾ ਜਿਹੜਾ ਬੀਜੇਪੀ ਦਾ, ਆਰਐਸਐਸ ਦਾ ਜਿਹੜਾ ਏਜੰਡਾ ਆ ਉਹਨੂੰ ਲਾਗੂ ਕੀਤਾ, ਉਹਨੇ ਗੁਪਤ ਏਜੰਡਾ ਜਿਹੜਾ ਆ, ਤੇ ਬਾਲ ਇਸ ਢੰਗ ਨਾਲ ਖੇਡਣੀ ਕਰ ਦਿੱਤੀ ਆ। ਤੇ ਵੀ ਹੁਣ ਸਰਕਾਰ ਜਿਹੜੀ ਆ ਤੇ ਕਿਸਾਨ ਇੱਕ ਪਾਸੇ ਆ, ਜਿੱਦਾਂ ਮੈਚ ਹੋ ਜਾਂਦਾ ਹੁੰਦਾ ਇੱਕ ਦੂਜੇ ਦੇ ਨਾਲ, ਉਹ ਮੈਚ ਵਾਲੀ ਸਥਿਤੀ ਜਿਹੜੀ ਆ ਬਣਾਤੀ ਆ ਵੀ ਦੋਨੋਂ ਜਾਣੇ ਹੁਣ ਇੱਕ ਦੂਜੇ ਨਾਲ ਖੇਡੀ ਜਾਣ। ਇਹ ਸਾਰੀ ਦੀ ਸਾਰੀ ਜਿਹੜੀ ਆ ਇਸ ਕਿਸਮ ਦੇ ਅੰਦੋਲਨ ਦੇ ਜਿਹੜੇ ਗਦਾਰ ਲੋਕ ਆ ਉਹਨਾਂ ਦੀ ਕਰਤੂਤ ਆ, ਉਹਨਾਂ ਨੇ ਸਾਰੀ ਦੀ ਸਾਰੀ ਇਹ ਮਤਲਬ ਕਹਾਣੀ ਜਿਹੜੀ ਉਹ ਵਿਗਾੜੀ ਆ। ਜਿਸ ਤਰ੍ਹਾਂ ਹੁਣ ਇਸ ਵੇਲੇ ਕਿਸਾਨ ਦਾ ਅੰਦੋਲਨ ਆ, ਇਸ ਘਟਨਾ ਨਾਲ ਤਾਰੋ ਪੀਟ ਕਰਨ ਦੀ ਕੋਸ਼ਿਸ਼ ਕੀਤੀ ਆ, 2-3 ਜਥੇਬੰਦੀਆਂ ਵੀ ਇਸ ਅੰਦੋਲਨ ਤੋਂ ਵੱਖ ਹੋ ਰਹੀਆਂ, ਕਈ ਲੋਕ ਘਰਾਂ ਨੂੰ ਵੀ ਆ ਰਹੇ ਆ ਕਿਉਂਕਿ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਆ, ਇਹਦੇ ਵਿੱਚ ਕਈ ਮੌਤਾਂ ਵੀ ਹੋਈਆਂ ਆ। ਹੁਣ ਤੁਸੀਂ ਇਹ ਅੰਦੋਲਨ ਦਾ ਜਿਹੜਾ ਭਵਿੱਖ ਆ ਕੀ ਦੇਖਦੇ ਆ? ਦੇਖੋ ਅੰਦੋਲਨ ਦਾ ਭਵਿੱਖ ਜਿਹੜਾ ਆ ਉਹ ਤਾਂ ਲੜਨ ਵਾਲਿਆਂ ਦੇ ਸਿਰ ਤੇ ਆ, ਜਿਨ੍ਹਾਂ ਦੀ ਸਿਰ ਪੈ ਗਈ ਆ ਗੱਲ, ਉਹਨਾਂ ਨੇ ਲੜਨਾ ਆ।
ਉਹ ਪਿੱਛੇ ਮੁੜਨ ਵਾਲੇ ਨਹੀਂ ਹੈਗੇ। ਇਹਦਾ ਮਤਲਬ ਆਪਾਂ ਨੂੰ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਆ। ਜਿਹੜੇ ਲੋਕ ਵਾਪਸ ਆ ਰਹੇ ਆ, ਜਿਹੜੇ ਹੁਣ ਗਏ 26 ਵਾਸਤੇ ਸੀਗੇ, 26 ਦੀ ਪਾਰਟਿਸਪੇਸ਼ਨ ਕਰਨ ਵਾਸਤੇ ਗਏ ਸੀਗੇ, ਉਹ ਤਾਂ 1 ਦਿਨ ਵਾਸਤੇ ਗਏ ਆ, 2 ਦਿਨ ਵਾਸਤੇ ਗਏ ਆ, ਉਹ ਲਾਜ਼ਮੀ ਤੌਰ ਦੇ ਉੱਤੇ ਵਾਪਸ ਜਿਹੜੇ ਆ ਉਹਨਾਂ ਨੇ ਆਉਣਾ ਹੀ ਸੀਗਾ। ਇਸ ਕਰਕੇ ਇਹਨੂੰ ਆਪਾਂ ਇਦਾਂ ਨਾ ਦੇਖੀਏ। ਪਰ ਰਾਜੀਵਾਲ ਸਾਹਿਬ ਵੱਲੋਂ ਬਿਆਨ ਆਇਆ ਕੱਲ ਵੀ ਤੁਸੀਂ ਅੰਦੋਲਨ ਨੂੰ ਨਾ ਛੱਡੋ, ਇੱਥੇ ਰਹੋ, ਇਹਦੇ ਨਾਲ ਜੁੜਦੀ ਗੱਲ ਹੈ ਵੀ। ਬਿਲਕੁਲ, ਦੇਖੋ ਅਪੀਲ ਤੇ ਉਹਨਾਂ ਨੇ ਕੀਤੀ ਆ, ਅਨਾਉਂਸਮੈਂਟਾਂ ਕੀਤੀਆਂ, ਜਿਹੜੀ ਉੱਥੋਂ ਰਿਪੋਰਟ ਜਿਹੜੀ ਆ ਪ੍ਰਾਪਤ ਹੋਈ ਆ ਵੀ ਦੁਪਹਿਰ ਤੱਕ ਜਿਹੜਾ ਰਸ਼ ਘੱਟ ਸੀਗਾ। ਨੈਚੁਰਲੀ ਆ ਲੋਕਾਂ ਦੇ ਵਿੱਚ, ਮਨਾਂ ਦੇ ਵਿੱਚ ਦਹਿਸ਼ਤ ਵੀ ਹੋਏਗੀ, ਪਰ ਜਦੋਂ ਉਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ, ਤੁਸੀਂ ਸ਼ਾਮ ਦੀਆਂ ਤਸਵੀਰਾਂ ਦੇਖੋ, ਤੁਸੀਂ ਉਹਦੇ ਵਿੱਚ ਵੀਡੀਓ ਦੇਖੋ ਤੁਸੀਂ, ਤੇ ਬਹੁਤ ਵਧੀਆ ਇਕੱਠ ਜਿਹੜੇ ਆ ਦੁਬਾਰਾ ਤੋਂ ਹੋਏ ਆ। ਜਿਹੜੇ ਲੋਕ ਇੱਧਰ ਉੱਧਰ ਸੀਗੇ, ਇੱਕ ਉਹਦਾ ਕਾਰਨ ਇੱਕ ਹੋਰ ਵੀ ਆ ਵੀ ਪਹਿਲਾਂ 8-10 ਕਿਲੋਮੀਟਰ ਦੇ ਘੇਰੇ ਦੇ ਵਿੱਚ ਅੰਦੋਲਨ ਆਪਣਾ ਸਿੰਘੂ ਬਾਰਡਰ ਤੇ ਸੀਗਾ। ਜਦੋਂ ਨਵੇਂ ਲੋਕ ਗਏ ਆ, ਨਵੇਂ ਤਾਂ ਮੁਰਥਲ ਤੱਕ ਜਿਹੜੇ ਆ ਮਤਲਬ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚੋਂ ਕੁਝ ਵਾਪਸ ਵੀ ਚਲੇ ਹੋਣਗੇ, ਕੁਝ ਜਿਹੜੇ ਰਹਿਣ ਵਾਸਤੇ ਆਏ ਹੋਣਗੇ, ਉਹ ਜਿੱਦਾਂ ਜਿੱਦਾਂ ਸਪੇਸ ਉਹਨਾਂ ਨੂੰ ਮਿਲਦੀ ਗਈ ਉਹ ਨੇੜੇ ਹੁੰਦੇ ਗਏ। ਜਦੋਂ ਨੇੜੇ ਜਾ ਕੇ ਤੁਸੀਂ ਟਿਕਾਣੇ ਸਿਰ ਆਪਣੀ ਟਰਾਲੀ ਲਾ ਕੇ ਫੇਰ ਹੀ ਤੁਸੀਂ ਸਟੇਜ ਤੇ ਜਾਓਗੇ ਨਾ। ਤੁਸੀਂ ਕਿਤੇ ਮਤਲਬ ਅੱਧ ਵਿਚਕਾਰ ਤੇ ਖੜੀ ਕਰਕੇ ਨਹੀਂ ਜਾਓਗੇ, ਕਿਸੇ ਨਾ ਕਿਸੇ ਨੂੰ ਸੰਭਾਲ ਕੇ ਜਾਂ ਕੋਈ ਜ਼ਿੰਮੇਵਾਰੀ ਦੇ ਕੇ। ਇੱਕ ਪਾਸੇ ਉਹ ਤਿਆਰੀ 'ਚ ਲੱਗੇ ਹੋਏ ਸੀਗੇ, ਮਤਲਬ ਰੈਲੀ ਦੇ ਵਿੱਚ ਉਹਨਾਂ ਨੇ ਜਿਹੜੀ ਕਿਸਾਨ ਪਰੇਡ ਦੇ ਵਿੱਚ ਭਾਗ ਲੈਣ ਵਾਸਤੇ, ਪਰ ਜਿੱਦਾਂ ਜਿੱਦਾਂ ਫਿਰ ਲੋਕ ਲਾਗੇ ਨੂੰ ਜਾਂਦੇ ਗਏ, ਜਿੱਦਾਂ ਜਿੱਦਾਂ ਕੋਈ ਸਪੇਸ ਮਿਲਦੀ ਗਈ, ਕਿਉਂਕਿ ਇਕੱਠ ਬਹੁਤ ਵੱਡਾ ਹੋ ਗਿਆ ਸੀ, ਮੁਰਥਲ ਤੱਕ ਟਰਾਲੀਆਂ ਜਿਹੜੀਆਂ ਹੋ ਗਈਆਂ ਸੀਗੀਆਂ, ਤੇ ਲੋਕ ਫੇਰ ਇਕੱਠੇ ਹੁੰਦੇ ਗਏ, ਤੇ ਉਹ ਫੇਰ ਇੱਕ ਪ੍ਰਭਾਵਸ਼ਾਲੀ ਜਿਹੜਾ ਇਕੱਠ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਕਿਸਾਨਾਂ ਇਹ ਜਿਹੜਾ 26 ਜਨਵਰੀ ਨੂੰ ਹੋਇਆ ਆ, ਉਹਦੇ ਵਿੱਚ ਜਿਹੜੇ 20 ਪੱਤਰਕਾਰ ਆ ਉਹ ਵੀ ਜ਼ਖਮੀ ਹੋਏ ਆ, ਜਦ ਕਿ ਪੱਤਰਕਾਰਾਂ ਨੇ ਇਸ ਜਿਹੜਾ ਅੰਦੋਲਨ ਨੂੰ ਸਿਰੇ ਤੱਕ ਲਿਜਾਣ ਦੇ ਲਈ ਆਪਣੇ ਪੂਰੀ ਵਾਹ ਲਾਈ ਆ। ਦੇਖੋ ਜ਼ਖਮੀ ਹੋ ਗਏ ਉਹ ਤੇ ਮਾੜੀ ਗੱਲ ਆ, ਹਿੰਸਾ ਜਿਹੜੀ ਆ ਹੋਣੀ ਨਹੀਂ ਸੀ ਚਾਹੀਦੀ, ਹਨਾ। ਹਿੰਸਾ ਕੀਤੀ ਕਿਹਨਾਂ ਨੇ ਆ? ਪਹਿਲਾਂ ਤਾਂ ਦੋਸ਼ੀ ਉਹ ਬੰਦੇ ਆ ਜਿਹੜੇ ਉਹਦੇ ਲਈ ਜ਼ਿੰਮੇਵਾਰ ਆ। ਉਹ ਇੱਕ ਜਥੇਬੰਦੀ ਜਿਹਦਾ ਨਾਂ ਆ ਰਿਹਾ, ਤੇ ਪਲੱਸ ਜਿਹੜਾ ਇਹ ਇੱਕ ਆਪਣੇ ਆਪ ਨੂੰ ਗਾਇਕ ਕਹਾਉਂਦਾ ਜਿਹੜਾ ਆ, ਜਿਹਨੇ ਸਾਰੀ ਦੀ ਸਾਰੀ ਜਿਹੜੀ ਕਹਾਣੀ, ਇਹਦੇ ਪਿੱਛੇ ਹੋਰ ਵੀ ਸ਼ਕਤੀਆਂ ਹੈਗੀਆਂ, ਇਕੱਲਾ ਦੀਪ ਸਿੱਧੂ ਨਹੀਂ ਹੈਗਾ, ਇਹਦੇ ਪਿੱਛੇ ਹੋਰ ਸ਼ਕਤੀਆਂ ਆ ਜਿਹੜੀਆਂ ਪਿਛਲੇ 2 ਮਹੀਨੇ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਸੀਗੀਆਂ, ਉਹ ਵੀ ਉਹਦੇ ਲਈ ਜ਼ਿੰਮੇਵਾਰ ਆ, ਹਨਾ। ਉਹਦੇ 'ਚ ਬਹੁਤ ਸਾਰੀਆਂ ਵੀਡੀਓ ਤੁਸੀਂ ਚੱਕ ਕੇ ਦੇਖੋ। ਕੁਛ ਬੰਦੇ ਜਿਹੜੇ ਆ ਲਗਾਤਾਰ ਇਸ ਢੰਗ ਦੇ ਨਾਲ, ਇਹ ਤਾਂ ਜੀ ਸੰਗਤ ਦਾ ਫੈਸਲਾ ਆ ਜੀ, ਇਹ ਤਾਂ ਬਸ ਅੱਲੋਕਾਰੀ ਗੱਲ ਹੋ ਗਈ ਆ ਜੀ, ਇਹ ਤਾਂ ਮਤਲਬ ਕਿਸਾਨਾਂ ਦੇ ਕਿੱਥੋਂ ਪੱਲੇ ਸੀ ਕੁਛ ਵੀ, ਇਹ ਤਾਂ ਜੀ ਉੱਪਰੋਂ ਹੀ ਜੋ ਕੁਛ ਹੋ ਗਿਆ ਆ, ਇਹ ਤਾਂ ਮਤਲਬ ਉਹਨਾਂ ਦਾ ਹੀ ਫੈਸਲਾ ਆ ਜੀ, ਸੰਗਤ ਦਾ ਹੀ ਫੈਸਲਾ ਆ ਜੀ, ਹਨਾ। ਉਹ ਇਦਾਂ ਦੇ ਅੱਖਰ ਵਰਤ ਕੇ ਇਸ ਨੂੰ ਲੀਹੋ ਲਾਉਣ ਦਾ ਜਿਹੜਾ ਯਤਨ ਲਗਾਤਾਰ ਉਹ ਕਰਦੇ ਰਹੇ ਆ। ਇਸ ਢੰਗ ਦੇ ਨਾਲ ਜਿਹੜੇ ਪੱਤਰਕਾਰ ਜਿਹੜੇ ਜ਼ਖਮੀ ਹੋਏ ਨਹੀਂ ਹੋਣੇ ਚਾਹੀਦੇ ਸੀ। ਜੇ ਕਿਤੇ ਮਤਲਬ ਇਹ ਬੰਦੇ ਬਦਮਾਸ਼ੀ ਨਾ ਕਰਦੇ, ਹੁਣ ਮੈਂ ਸ਼ਬਦ ਬੋਲ ਰਿਹਾ ਹਾਂ, ਤੇ ਫਿਰ ਬਹੁਤ ਵਧੀਆ ਜਿਹੜਾ ਪੀਸਫੁਲ ਹੋਣਾ ਸੀਗਾ, ਤੇ ਸਾਡਾ ਕੋਈ ਪੱਤਰਕਾਰ ਵੀ ਕੋਈ ਜ਼ਖਮੀ ਨਹੀਂ ਸੀ ਹੋਣਾ। ਜ਼ਖਮੀ ਹੋਣ ਦਾ ਹਾਲਾਤ ਇਹਨਾਂ ਲੋਕਾਂ ਨੇ ਪੈਦਾ ਕੀਤੇ ਆ। ਦੂਜੀ ਗੱਲ ਆ ਵੀ ਮੀਡੀਆ ਜਿਹੜਾ ਆ, ਹੁਣ 2 ਤਰ੍ਹਾਂ ਦਾ ਤਾਂ ਆਪਾਂ ਦੇਖਦੇ ਸੀਗੇ। ਸਾਡੇ ਵਾਲਾ ਜਿਹੜਾ ਮੀਡੀਆ, ਇਹਦੇ ਵਿੱਚੋਂ ਵੀ ਇੱਕ ਮੀਡੀਆ ਇੱਕ ਨਵਾਂ ਨਿਕਲਿਆ ਆ, ਜਿਹਨੂੰ ਗੋਦੀ ਮੀਡੀਆ ਦਾ ਛੱਡ ਦਿਓ ਤੁਸੀਂ, ਉਹਨੂੰ ਤਾਂ ਜੋ ਕੁਛ ਕਰਨਾ ਸੀ। ਜਿਹੜਾ ਇੱਕ ਹੁਣੇ ਪੈਦਾ ਹੋਏ 2-3 ਚੈਨਲ ਆ, ਉਹਨਾਂ ਦੇ ਵਿੱਚੋਂ ਵੀ ਇੱਕ ਚੈਨਲ ਜਿਹੜਾ ਸਿੱਧੀ ਜਿਹੜਾ ਦੀਪ ਸਿੱਧੂ ਦੇ ਹੱਕ ਦੇ ਵਿੱਚ ਭੁਗਤਿਆ, ਉਹਨੇ ਹਾਲਾਤ ਪੈਦਾ ਕੀਤੇ ਆ। ਪਹਿਲਾਂ ਪੋਸਟਾਂ ਪਾ ਕੇ ਵੀ ਦੇਖੋ ਜੀ, ਰੂਟ ਦੇ ਵਿੱਚ ਕਨਫਿਊਜ਼ਨ ਪੈਦਾ ਕਰਨ ਵਾਲਾ ਬੰਦਾ ਉਹ ਆ। ਉਹਨੇ ਰੂਟ ਜਿਹੜਾ ਆ ਇੱਕ ਬਦਲਵਾਂ ਰੂਟ, ਕਿਸਾਨ ਜਥੇਬੰਦੀਆਂ ਜਿਹੜੀਆਂ ਆ, ਅਸੀਂ ਰਿਪੋਰਟਰ ਆ, ਅਸੀਂ ਰਿਪੋਰਟਰ ਦੇ ਤੌਰ ਦੇ ਉੱਤੇ ਜੋ ਕੁਛ ਅਸੀਂ ਅੱਖੀ ਦੇਖਿਆ ਉਹਦੀ ਰਿਪੋਰਟਿੰਗ ਕਰਨੀ ਆ, ਪਰ ਅਸੀਂ ਪੈਰਲਲ ਮਤਲਬ ਉਹਦਾ ਏਜੰਡਾ ਪੇਸ਼ ਕਰ ਦਈਏ, ਤੇ ਇਹਦਾ ਮਤਲਬ ਸਾਡੇ ਵੀ ਇਹਦਾ ਮਤਲਬ ਕੋਈ ਉਹਦੇ ਵਿੱਚ ਹੈਗਾ ਹੀ ਆ, ਹਿੱਤ ਆ, ਲੁਕਵੇਂ ਏਜੰਡੇ ਨੂੰ ਲੋਕਾਂ 'ਚ ਲੈ ਕੇ ਗਿਆ। ਹਾਂ, ਤੇ ਔਰ ਉਹ ਚੈਨਲ ਵਾਲਾ ਜਿਹੜਾ ਆ ਉੱਥੇ ਲਾਲ ਕਿਲੇ ਦੇ ਮੂਹਰੇ, ਉਹ ਕੱਲੇ ਨੂੰ ਪੁੱਛ ਰਿਹਾ, ਕੱਲੇ ਨੂੰ ਮਾਈਕ ਕਰਕੇ, ਤੁਸੀਂ ਜੀ ਸੱਦ ਰਹੇ ਹੋ ਲੋਕਾਂ ਨੂੰ, ਤੁਸੀਂ ਦਿਓ ਜੀ ਸੱਦਾ। ਫਿਰ ਮਤਲਬ ਇਹ ਕੀ ਮੈਨਾ ਆ, ਹਨਾ। ਤੁਸੀਂ ਇੱਕ ਸਵਾਲ ਖੜਾ ਕਰਕੇ ਤੁਸੀਂ ਉਹ ਤੋਂ ਜਵਾਬ ਲੈ ਰਹੇ ਹੋ ਲੀਡਰ ਤੋਂ, ਕਿਸੇ ਤੋਂ, ਵੀ ਤਾਂ ਜੋ ਲੋਕ ਇੱਥੇ ਇਕੱਠੇ ਹੋ ਕੇ ਇੱਥੇ ਆ ਜਾਣ, ਉੱਥੋਂ ਸਾਰੇ ਦੇ ਸਾਰੇ ਪਰੇਡ ਨੂੰ ਜਿਹੜੀ ਆ ਉਹ ਤਾਰਪੀਡੋ ਕੀਤਾ ਜਾ ਸਕੇ। ਉਹਨੇ ਚੈਨਲ ਨੇ ਲੁਕਮਾ ਏਜੰਡਾ ਜਿਹੜਾ ਆ ਆਪਣੇ ਮਾਲਕਾਂ ਦੀ ਸ਼ਹਿਰ ਦੇ ਉੱਤੇ ਉਹਨੇ ਚਲਾਇਆ। ਇੱਕ ਲਾਸਟ ਕੁਐਸਚਨ ਹੈ ਤੁਹਾਨੂੰ, ਇਹ ਜਿਸ ਤਰ੍ਹਾਂ ਕਿਸਾਨ ਮਜ਼ਦੂਰ ਸੰਗਠਨਾਂ ਤੇ ਇਸ ਦੇ ਨਾਲ ਹੀ ਜਿਹੜਾ ਸਰਕਾਰ ਦੇ ਨਾਲ 10 ਤੋਂ ਉੱਪਰ ਮੀਟਿੰਗਾਂ ਹੋਈਆਂ, ਸਰਕਾਰ ਵੱਲੋਂ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਸੀ ਵੀ 1.5 ਸਾਲ ਤੱਕ ਅਸੀਂ ਜਿਹੜਾ ਕਾਨੂੰਨ ਹੈ ਹੋਲਡ ਕਰ ਦਿੰਦੇ ਆ, ਕੀ ਕਿਸਾਨ ਜਿਹੜਾ ਸੰਗਠਨ ਆ ਉਹਨਾਂ ਨੂੰ ਉਹ ਫੈਸਲਾ ਮੰਨ ਨਹੀਂ ਲੈਣਾ ਚਾਹੀਦਾ ਸੀਗਾ? ਦੇਖੋ, ਇਹ ਜੇ ਤਾਂ ਪਿੰਡ ਦੇ ਸਧਾਰਨ ਮਤਲਬ ਕੋਈ ਬੋਲਚਾਲ ਦੇ ਫੈਸਲੇ ਦੇ ਵਿੱਚ, ਕੋਈ ਪੰਚਾਇਤੀ ਫੈਸਲੇ ਦੇ ਵਿੱਚ, ਇਹ ਬਹੁਤ ਵਧੀਆ ਮਤਲਬ ਹੈਗਾ, ਉਹਨੂੰ ਇੱਦਾਂ ਕਰ ਲੈਣਾ ਚਾਹੀਦਾ ਹੁੰਦਾ। ਪਰ ਦੇਸ਼ ਦੇ ਹਾਲਾਤ ਦੇ ਵਿੱਚ, ਇਹਨਾਂ ਕਾਨੂੰਨਾਂ ਦੇ ਸੰਦਰਭ ਦੇ ਵਿੱਚ ਜੇ ਆਪਾਂ ਗੱਲ ਦੇਖੀਏ ਵੀ ਇਹ 1.5 ਸਾਲ ਤੋਂ ਬਾਅਦ ਆਟੋਮੈਟਿਕ ਲਾਗੂ ਹੋ ਜਾਣੇ ਆ, ਉਸ ਵੇਲੇ ਕੀ ਤੁਸੀਂ ਅੰਦੋਲਨ ਖੜਾ ਕਰ ਸਕੋਗੇ? ਨਹੀਂ ਕਰ ਸਕੋਗੇ। ਦੂਜੀ ਗੱਲ ਆ ਵੀ ਜੇ ਉਹਦੇ ਵਿੱਚ ਸੋਧਾਂ ਵਾਲਾ ਮਸਲਾ ਵੀ ਆ, ਸੋਧਾਂ ਵਾਲਾ ਮਸਲਾ ਬੜਾ ਸਪਸ਼ਟ ਜਿਹਾ ਆ ਵੀ 307, ਮੰਨ ਲਓ ਵੀ 307 ਧਾਰਾ ਆ ਕੋਈ, ਆਪਾਂ ਫਾਰ ਐਗਜ਼ਾਮਪਲ
ਉਹ ਮੰਨਿਆ ਜਾਂਦਾ ਆ ਵੀ ਜਦੋਂ ਬੰਦੇ ਦੀ ਮਤਲਬ ਮੌਤ ਹੋਣ ਦਾ ਚਾਂਸ ਆ ਉਦੋਂ ਜਿਹੜੀ ਆ ਮਤਲਬ 307 ਲਾਈ ਜਾਂਦੀ ਆ। ਉਹਦੇ ਤੇ ਤੁਸੀਂ ਉਹਨੂੰ ਡਿਲਿਊਟ ਕਰਕੇ ਉਹਨੂੰ ਪੇਤਲਾ ਕਰਕੇ ਇਹ ਕਰ ਦਿਓ ਵੀ ਲੱਤ ਦੀ ਸੱਟ ਤੇ ਵੀ 307 ਲਾਉਣੀ ਆ, ਹੈ ਨਾ, ਕੀਤਾ ਜਾ ਸਕਦਾ ਹੈ ਨਾ। ਕੋਈ ਵੀ ਮਤਲਬ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਰਿਹਾ, ਉਹ ਜਦ ਮਰਜੀ ਇੱਕ ਨੋਟੀਫਿਕੇਸ਼ਨ ਨਾਲ ਫੇਰ ਕਹਿ ਦੇਣਗੇ ਸਿਰ ਦੀ ਸੱਟ ਤੇ ਹੀ ਅਸੀਂ 307 ਲਾਉਣੀ ਆ। ਜਦੋਂ 307 ਕੋਲ ਆ ਸਾਡੇ ਕਾਨੂੰਨ ਮੀਨਸ ਕੋਲ ਆ ਸਾਡੇ, ਉਹਦੀਆਂ ਅਗਾਂਹ ਸ਼ਰਤਾਂ ਜਿਹੜੀਆਂ ਆ ਉਹੀ ਮਤਲਬ ਟਾਈਟ ਪਤਲੀਆਂ ਜਿਹੜੀਆਂ ਕਰਨੀਆਂ ਆ ਉਹ ਤਾਂ ਜਦ ਮਰਜੀ ਫੇਰ ਕਰ ਲੈਣਗੇ। ਤਾਂ ਇਟ ਮੀਨਸ ਇਹ ਆ ਵੀ ਜੇ ਉਹਨੂੰ ਪੇਤਲਾ ਵੀ ਕਰ ਦੇਣਗੇ, ਉਹਦੇ ਵਿੱਚ 10 ਸੋਧਾਂ ਵੀ ਕਰ ਦੇਣਗੇ, ਕਾਨੂੰਨ ਉਹਨਾਂ ਦੇ ਕੋਲ ਆ, ਕਾਨੂੰਨ ਜਦ ਮਰਜੀ ਉਹ ਜਿਹੜਾ ਫੇਰ ਲਾਗੂ ਕਰ ਦੇਣਗੇ। ਤੇ 1.5 ਸਾਲ ਦਾ ਜੇ ਉਹਨਾਂ ਨੇ ਕਰ ਵੀ ਦਿੱਤਾ ਤੇ 1.5 ਸਾਲ ਬਾਅਦ ਉਹਨਾਂ ਆਟੋਮੈਟਿਕ ਲਾਗੂ ਹੋ ਜਾਣਾ। ਫਿਰ ਅੰਦੋਲਨ ਜਿਹੜਾ ਆ ਨਹੀਂ ਖੜਾ ਹੋਣਾ। ਇਸ ਕਰਕੇ ਕਿਸਾਨ ਜਥੇਬੰਦੀਆਂ ਦਾ ਮਤਲਬ ਇਹ ਆ ਵੀ ਅਸੀਂ ਕੋਈ ਸੌਦਾ ਕਰਨ ਵਾਸਤੇ ਨਹੀਂ ਆਏ, ਅਸੀਂ ਸਾਡੀ ਇੱਕ ਜੈਨੂਅਨ ਮੁਸ਼ਕਲ ਆ, ਜਿਹੜੀ ਮੁਸ਼ਕਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ, ਕਿਉਂਕਿ ਇਹ ਅੰਤਰਰਾਸ਼ਟਰੀ ਕਿਸਾਨਾਂ ਦੀ ਸਮੱਸਿਆ ਆ। ਇਹ ਇਕੱਲੇ ਮਤਲਬ ਪੰਜਾਬ ਦੀ ਸਮੱਸਿਆ ਨਹੀਂ ਹੈਗੀ ਜਿਹੜੇ ਨਵੇਂ ਕਾਨੂੰਨਾਂ ਨਾਲ ਜਿਹੜੀ ਪੈਦਾ ਹੋਣੀ ਆ, ਇਹ ਅੰਤਰਰਾਸ਼ਟਰੀ ਕਿਸਾਨਾਂ ਦੇ ਨਾਲ ਸਮੱਸਿਆ ਪੈਦਾ ਹੋ ਰਹੀ ਆ। ਉਹ ਸਾਰੇ ਇਸ ਗੱਲ ਤੋਂ ਪਰੇਸ਼ਾਨ ਆ। ਉੱਥੇ ਬਚੇ ਉਹ ਤਾਂ ਆ, ਉੱਥੇ ਸਬਸਿਡੀਆਂ ਦਿੱਤੀਆਂ ਜਾਂਦੀਆਂ, ਵੱਡੇ ਪੱਧਰ ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ। ਮਤਲਬ ਡੀਜ਼ਲ ਜਿਹੜਾ ਆ, ਤੁਸੀਂ ਕਿਸੇ ਵੀ NRI ਤੋਂ ਪੁੱਛ ਲਓ, ਕਿਸਾਨੀ ਵਾਸਤੇ ਡੀਜ਼ਲ ਜਿਹੜਾ ਸਸਤੇ ਭਾਅ ਤੇ ਦਿੱਤਾ ਜਾਂਦਾ ਆ। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾਂਦੀਆਂ। ਸਾਡੇ ਇੱਥੇ ਪੈਸਟੀਸਾਈਡ ਦਵਾਈਆਂ ਕੀ, ਸਾਡੇ ਖਾਦ ਕੀ, ਸਾਡਾ ਉਹ ਕੀ, ਉਹਦੇ ਤੇ ਅੰਨੀ ਲੁੱਟ ਮਚਾਈ ਜਾਂਦੀ ਆ। ਜਦ ਮਰਜੀ ਰੇਟ ਜਿਹੜੇ ਚੱਕ ਦਿੱਤੇ ਜਾਂਦੇ ਆ, ਜਿਹਦੇ ਕਰਕੇ ਸਾਡਾ ਜਿਹੜਾ ਆ ਖੇਤੀ ਲਾਗਤ ਮੁੱਲ ਜਿਹੜਾ ਆ ਉਹ ਵੱਧ ਜਾਂਦਾ ਤੇ ਉਹਦੇ ਸਿੱਟੇ ਦੇ ਵਿੱਚ ਉਹਦੇ ਮੁਕਾਬਲੇ ਉਨਾ ਜਿਹੜਾ ਰੇਟ ਜਿਹੜਾ ਨਹੀਂ ਮਿਲਦਾ। ਚਾਹੀਦਾ ਇਹ ਆ ਵੀ ਖੇਤੀ ਦੀਆਂ ਲਾਗਤਾਂ ਘਟਾਉਣੀਆਂ ਚਾਹੀਦੀਆਂ ਹੁੰਦੀਆਂ ਅਸੂਲੀ ਤੌਰ ਦੇ ਉੱਤੇ। ਰੇਟ ਵੱਧ ਤਾਂ ਨਹੀਂ ਸਵਾਲ ਹੈਗਾ ਕਿਸਾਨੀ ਨੂੰ ਵੀ ਰੇਟ ਵੱਧ ਸਾਨੂੰ ਕਣਕ ਦਾ ਝੋਨੇ ਦਾ ਮਿਲੇ, ਉਹ ਤਾਂ ਖਪਤਕਾਰ ਤੇ ਬੋਝ ਪੈ ਜਾਣਾ। ਸਬਸਿਡੀਆਂ ਦੇਣੀਆਂ ਜਾਂਦੀਆਂ, ਜਿੱਦਾਂ ਬਿਜਲੀ ਦੀ ਸਬਸਿਡੀ ਆ, ਉਹ ਵੀ ਕਿਸਾਨ ਨੂੰ ਸਿੱਧੇ ਰੂਪ ਦੇ ਵਿੱਚ ਨਹੀਂ ਮਿਲਦੀ ਹੈਗੀ। ਉਹ ਕੰਪਨੀ ਟੂ ਕੰਪਨੀ, ਸਰਕਾਰ ਟੂ ਕੰਪਨੀ ਜਿਹੜੀ ਦਿੱਤੀ ਜਾਂਦੀ ਆ, ਜਾਂ ਸਰਕਾਰ ਟੂ ਖਾਦ ਵਾਲੀ ਫੈਕਟਰੀ ਨੂੰ ਦਿੱਤੀ ਜਾਂਦੀ। ਸਾਡੇ ਇਹ ਆ ਉੱਥੇ ਕਿਸਾਨਾਂ ਨੂੰ ਦਿੱਤੀ ਜਾਂਦੀ ਆ ਜ਼ਿਆਦਾਤਰ ਮਾਤਰਾ ਦੇ ਵਿੱਚ। ਇਸ ਕਰਕੇ ਕਿਸਾਨ ਜਿਹੜੇ ਉੱਥੇ ਬਚੇ ਹੋ ਆ। ਉੱਥੇ ਤਾਂ ਸਗੋਂ ਸਾਡੇ ਨਾਲੋਂ ਅਮਰੀਕਾ ਦੇ ਵਿੱਚ ਕਣਕ ਜਿਹੜੀ ਸਾਡੇ ਨਾਲੋਂ ਸਸਤੀ ਪੈਦਾ ਹੁੰਦੀ ਆ। ਸਸਤੀ ਇਸ ਕਰਕੇ ਪੈਦਾ ਹੁੰਦੀ ਆ ਵੀ ਜਿਹੜਾ ਆ ਵੀ ਰੇਟ ਜਿਹੜਾ ਘੱਟ ਆ, ਮਤਲਬ ਸਬਸਿਡੀ ਨਾਲ ਘੱਟ ਜਾਂਦਾ, ਉਹਨਾਂ ਦਾ ਰੇਟ ਖਰਚੇ ਘੱਟ ਜਾਂਦੇ ਆ। ਖਰਚੇ ਘਟਾਉਣ ਵਾਲਾ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਆ। ਇਹ ਇੱਦਾਂ ਦੀ ਗੱਲ ਆ ਵੀ ਜਿੱਦਾਂ ਸਾਡੀ ਸ਼ਹਿਰ ਦੀ ਦਾਣਾ ਮੰਡੀ ਹੋਵੇ, ਉਹਦੇ ਤੇ ਚਾਦਰਾਂ ਦੀ ਛੱਤ ਪਾਈ ਵੀ ਹੋਵੇ, ਮੋਰੀਆਂ ਹੋਣ, ਮੋਰੀਆਂ ਦੀ ਰਿਪੇਅਰ ਕਰਨ ਦੇ ਥਾਂ ਦੇ ਉੱਤੇ ਜਾਂ ਉਹਦੇ ਥਾਂ ਲੈਂਟਰ ਪਾਉਣ ਦੇ ਥਾਂ ਦੇ ਉੱਤੇ ਉਹ ਛੱਤ ਤੁਹਾਡੀ ਚੱਕ ਲਈ ਜਾਵੇ, ਤੁਹਾਨੂੰ ਕਹਿ ਦਿੱਤਾ ਜਾਵੇ ਤੁਹਾਡੀ ਮੰਡੀ ਖੁੱਲੀ ਆ ਜੀ, ਜਿੱਥੇ ਮਰਜ਼ੀ ਜਾ ਕੇ ਵੇਚੋ, ਤੁਹਾਨੂੰ ਆਜ਼ਾਦੀ ਦੇ ਦਿੱਤੀ ਆ। ਪਰ ਪਹਿਲਾਂ ਜੋ ਕੁਛ ਸਾਡੇ ਕੋਲ ਸੀ ਉਹ ਵੀ ਸਾਡਾ ਗਵਾਤਾ ਆ। ਇਸ ਕਿਸਮ ਦੇ ਕਾਨੂੰਨ ਆ ਮੋਟੇ ਰੂਪ ਦੇ ਵਿੱਚ, ਤੇ ਖਪਤਕਾਰਾਂ ਤੇ ਬੋਝ ਤਾਂ ਪੈਣੇ ਤੈਅ ਆ। ਕਿਉਂਕਿ ਸਟੋਰ ਕਰਨ ਦੀ ਖੁੱਲ੍ਹ ਜਦੋਂ ਦੇ ਦਿੱਤੀ ਆ ਸਰਮਾਏਦਾਰ ਨੂੰ, ਤਾਂ ਜਿਵੇਂ ਪਿਆਜ਼ਾਂ ਦੇ ਨਾਲ ਹੁੰਦਾ, ਕਿਉਂਕਿ ਪਿਆਜ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਛੋਟ ਆ, ਜਿੰਨਾ ਮਰਜ਼ੀ ਕੋਈ ਸਟੋਰ ਕਰ ਸਕਦਾ। ਜਦੋਂ ਕਣਕ ਝੋਨਾ ਨਾਲ ਸਟੋਰ ਕਰਨ ਦੀ ਖੁੱਲ੍ਹ ਦੇ ਦਿੱਤੀ ਆ, ਤਾਂ ਫਿਰ ਉਹਦੇ ਪਤਾ ਲੱਗਿਆ ਕਰੂਗਾ ਵੀ ਚੱਕੀ ਤੇ ਭਾਅ ਜਿਹੜਾ ਆਟੇ ਦਾ, ਜਿੱਦਾਂ ਅੱਜ 30 ਰੁਪਏ ਕਿਲੋ ਸਪੋਜ਼ ਕਰੋ, ਉਦੋਂ ਹੀ ਪਤਾ ਲੱਗਿਆ ਕਰੂਗਾ ਜੀ ਅੱਜ ਤਾਂ 150 ਰੁਪਏ ਨੂੰ ਮਿਲਣਾ ਜੀ। ਤੇ ਫਿਰ ਜਿਹੜਾ ਖਪਤਕਾਰ ਵਿਚਾਰਾ ਜਿਹੜਾ ਖਰੀਦਣ ਜਾ ਕੇ ਖਰੀਦ ਕੇ ਨਿੱਤ ਤਾਜ਼ੀ ਕਮਾ ਕੇ ਖਾਣ ਵਾਲਾ, ਉਹਦੇ ਲਈ ਮੁਸ਼ਕਲਾਂ ਜਿਹੜੀਆਂ ਖੜਨਗੀਆਂ। ਇਹ ਸਨ ਮੇਰੇ ਨਾਲ ਪੱਤਰਕਾਰ ਸਰਬਜੀਤ ਗਿੱਲ ਜੀ, ਜਿਨ੍ਹਾਂ ਨੇ ਜੋ 26 ਜਨਵਰੀ ਨੂੰ ਜੋ ਵੀ ਦਿੱਲੀ ਦੇ ਵਿੱਚ ਵਾਪਰਿਆ ਉਸ ਦੀ ਇਹਨਾਂ ਨੇ ਨਿੰਦਾ ਕੀਤੀ ਆ। ਤੇ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਆ ਉਹਨਾਂ ਨੂੰ ਹੋਰ ਤੇਜ਼ ਕਰਨ ਦੀ ਜਿਹੜੀ ਰੂਪ ਰੇਖਾ ਆ ਉਹਦੇ ਬਾਰੇ ਵੀ ਆਪਣੀ ਚਾਨਣਾ ਪਾਇਆ ਆ। ਫਲੋਰ ਤੋਂ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ।